हूं काशिफ इसरार और आप देख रहे हैं हमारा यूट्यूब चैनल शेखुपुरा अपडेट 123। इलेक्शन का दौर जो है वो बड़ी तेज़ी के साथ जो है ज़ोरों शोर से जो है वो जारी है। 8 फरवरी 2024 को जो है इलेक्शन की आमद है और बहुत से लोग जो है ऐसे हैं उम्मीदवार जो कि अपने कागजात नामजदगी जो है जमा करा चुके हैं और बहुत से लोगों के कागजात जो है वो मंजूर भी हो चुके हैं और बहुत से ऐसे लोग हैं जिनके कागजात जो हैं वो मंजूर नहीं हुए। उनमें क्या क्या प्रॉब्लम्स थी, क्या मसले मसाइल थे, इस बहस में जाने से बेहतर है कि सिर्फ आपको ये बता दिया जाए कि इस वक्त मुल्क के अंदर ना तो कानून है, ना ही आइन की कानून की बालादस्ती है, ना ही कोई आइन है और जिस तरीके से यहाँ पर जो है इंसानी हकूक़ की पामाली हो रही है वो भी सबके सामने है। और यही वजह है कि अब जो मज़लूम है वो फट पड़ा है। गरीब तबके से लोग जो हैं वो ऊपर की तरफ आ रहे हैं और उस जुल्म के ख़िलाफ़ जो है अपनी आवाज़ जो है वो बुलंद करना चाह रहे हैं। और उसमें एक हरबा जो है वो ये भी है कि जनाब क्यों ना उन लोगों के ख़िलाफ़ जो है वो इलेक्शन लड़ा जाए जिन्होंने जुल्म और बर्बरियत से लोगों का जीना जो है वो महाल कर दिया है। इसी तरह की एक हस्ती, एक पर्सनैलिटी हमारे साथ मौजूद हैं जो कि ख़ुद गरीब हैं लेकिन गरीब का दर्द जो है वो समझते हैं, जिनके वसाइल इतने ज़्यादा नहीं हैं, मसाइल बेशक बहुत ज़्यादा होंगे लेकिन उसके बावजूद वो गरीब लोगों के मसाइल जो हैं उनको समझते हैं और उनके ख़िलाफ़ जो है उन लोगों के साथ लड़ना चाहते हैं जिन्होंने गरीब का, मज़लूम का जीना दुश्वार किया हुआ है। मेरे साथ मौजूद हैं इस वक्त मुख्तार भट्ट साहब जो कि एक सहाफ़ी भी हैं और उन्होंने जो है MPA की सीट के लिए जो है अपने कागजात नामजदगी जमा करवाए जो मंजूर भी हो गए हैं। अस्सलाम वालेकुम भट्ट साहब। वालेकुम सलाम। भट्ट साहब, एक तो ਤੁਹਾਡਾ ਸ਼ੁਕਰੀਆ ਕਿ ਤੁਸੀਂ ਟਾਈਮ ਦਿੱਤਾ ਹੈ ਤੇ ਤੁਸੀਂ ਜਨਾਬ ਆਪਣੇ ਕਾਗਜ਼ਾਤ ਨਾਮਜ਼ਦਗੀ ਜਮ੍ਹਾਂ ਕਰਾਏ ਨੇ। ਇੱਕ ਤੇ ਮੈਨੂੰ ਦੱਸੋ ਕਿ ਹਲਕਾ PP 141 ਤੋਂ ਤੁਸੀਂ ਉਮੀਦਵਾਰ ਹੋ, ਇਸ ਤੋਂ ਪਹਿਲਾਂ ਵੀ ਇਲੈਕਸ਼ਨ ਲੜਦੇ ਰਹੇ ਹੋ ਤੇ ਕੀ ਕਹਿਣਾ ਚਾਹੋ? ਜੀ ਮੈਂ 10 ਸਾਲ ਤੋਂ ਇਲੈਕਸ਼ਨ ਲੜ ਰਿਹਾ ਹਾਂ ਔਰ ਇਨਸ਼ਾਅੱਲਾ ਤਾਲਾ ਜਿੰਨੀ ਦੇਰ ਤੱਕ ਮੈਂ ਕਾਮਯਾਬ ਨਹੀਂ ਹੋਣਾ ਉਨੀ ਦੇਰ ਤੱਕ ਮੇਰੀ ਕਿਹੜੀ ਹਿੰਮਤ ਔਰ ਹੌਸਲਾ ਮੇਰਾ ਜਾਰੀ ਰਹੇਗਾ ਕਿਉਂ ਮੈਂ ਗਰੀਬ ਦਾ ਸਾਥ ਦੇਣਾ ਵਾਂ, ਗਰੀਬ ਦੇ ਨਾਲ ਚੱਲਦਾ ਵਾਂ, ਗਰੀਬ ਦੀ ਹੱਕ ਵਾਸਤੇ ਖਲੋਤਾ ਵਾਂ ਔਰ ਗਰੀਬ ਦੇ ਨਾਲ ਚੱਲਦਿਆਂ ਰਹਿਣਾ। ਕਿਉਂ ਦੇਖੋ ਇਹ ਹੁਣ ਮਹਿੰਗਾਈ ਤੋਂ ਗਰੀਬ ਤੰਗ ਹੈ, ਅਮੀਰ ਤੰਗ ਨਹੀਂ ਹੈਗਾ। ਆ ਜਾ ਕੇ ਅਸੀਂ ਟੈਕਸ ਦਿੰਦੇ ਆ, ਇਹ ਸਾਡੇ ਟੈਕਸ 'ਤੇ ਪਲਦੇ ਨੇ, ਅਸੀਂ ਇਹਨਾਂ ਨੂੰ ਪਾਲਦੇ ਆ। ਇਹਦੇ ਬਾਵਜੂਦ ਵੀ ਗਰੀਬ ਦਾ ਫਿਰ ਜੀਣਾ ਹਰਾਮ ਕਰ ਦਿੰਦੇ ਨੇ। ਉਸ ਤੋਂ ਬਾਅਦ ਬਿੱਲ ਆ ਜਾਂਦੇ ਨੇ, ਬਿਜਲੀ ਆਂਦੀ ਕੋਈ ਨਹੀਂ, ਬਿੱਲ ਭੇਜ ਦਿੰਦੇ ਨੇ, ਗੈਸ ਆਂਦੀ ਕੋਈ ਨਹੀਂ, ਗੈਸ ਦਾ ਬਿੱਲ ਭੇਜ ਦਿੰਦੇ ਨੇ। ਕਮ ਸੋ ਕਮ ਇਸ ਚੀਜ਼ ਦੇ ਬਾਰੇ ਇਹਨਾਂ ਨੂੰ ਸੋਚਣਾ ਚਾਹੀਦਾ ਵੀ ਇਹ ਗਰੀਬ ਬੰਦੇ ਨੇ, ਇਹਨਾਂ ਨੇ ਕਿੱਥੋਂ ਖਾਣਾ ਹੈ, ਕਿੱਥੋਂ ਪੀਣਾ ਹੈ। ਅਮੀਰ ਬੰਦਾ ਤੇ ਕਿਹੜਾ ਹੈਗਾ ਖਾਂਦਾ ਪਿਆ, ਅਮੀਰ ਬੰਦੇ ਦੇ ਬੱਚੇ ਪੜ੍ਹਦੇ ਪਏ ਨੇ, ਵੱਡੇ ਵੱਡੇ ਹੋਟਲਾਂ 'ਚ ਪੜ੍ਹਦੇ ਪਏ ਨੇ। ਗਰੀਬ ਬੰਦੇ ਵਾਸਤੇ ਪੜ੍ਹਾਈ ਵੀ ਕੋਈ ਨਹੀਂ, ਗਰੀਬ ਦਾ ਜੀਣਾ ਵੀ ਔਖਾ ਕੀਤਾ ਹੋਇਆ। ਗਰੀਬ ਜਾਵੇ ਤੇ ਜਾਵੇ ਕਿੱਥੇ। ਅੱਜ ਮੈਂ ਗੁਜ਼ਰਦਾ ਪਿਆ ਸੀ ਉੱਥੋਂ ਤੇ ਇੱਕ ਮੇਰੇ ਦੋਸਤ ਮਿਲਿਆ, ਉਹਨਾਂ ਕਹਾ ਤੁਸੀਂ ਬੜਾ ਅੱਛਾ ਫੈਸਲਾ ਕੀਤਾ ਹੈਗਾ ਇਸ ਚੀਜ਼ ਦੇ ਬਾਰੇ ਵੀ ਤੁਸੀਂ ਇਲੈਕਸ਼ਨ ਦੇ ਵਿੱਚ ਆਏ ਹੋ, ਅਸੀਂ ਤੁਹਾਡਾ ਮਜ਼ਬੂਤ ਸਾਥ ਦੇਵਾਂਗੇ ਔਰ ਇਨਸ਼ਾਅੱਲਾ ਤਾਲਾ ਵੋਟ ਆ ਵੀ ਲੈ ਕੇ ਦੇਵਾਂਗੇ, ਤੁਹਾਨੂੰ ਆਪਣੇ ਕੋਲੋਂ ਵੀ ਵੋਟ ਦੇਵਾਂਗੇ। ਜਿੱਥੋਂ ਤੱਕ ਹੋ ਸਕਿਆ ਤੁਸੀਂ ਬਿਲਕੁਲ ਸਹੀ ਕੰਮ ਕਰਦੇ ਪਏ ਹੋ। ਵੇਖੋ ਨਾ ਜੇ ਅੱਜ ਮੈਂ ਆਵਾਜ਼ ਉਠਾਈ ਹੈ ਤੇ ਹਰ ਬੰਦੇ ਨੂੰ ਇਸ ਚੀਜ਼ ਦੇ ਬਾਰੇ ਆਵਾਜ਼ ਉਠਾਉਣੀ ਬਣਦੀ ਹੈ ਕਿਉਂ ਮੈਂ ਇਕੱਲਾ ਇੱਕ 2 11 ਹੁੰਦੇ ਨੇ। ਇਹ ਜਿਹੜੇ ਹੁਕਮ 75 ਸਾਲਾਂ ਤੋਂ ਹਕੂਮਤ ਕਰਦੇ ਪਏ ਨੇ, ਇਹਨਾਂ ਨੇ ਅੱਜ ਤੱਕ ਕਿਸੇ ਗਰੀਬ ਦੇ ਬਾਰੇ ਸੋਚਿਆ, ਕਿਸੇ ਗਰੀਬ ਬਾਰੇ ਨਹੀਂ ਸੋਚਿਆ। ਇਹ ਸਿਰਫ ਆਪਣੀਆਂ ਜੇਬਾਂ ਭਰਦੇ ਨੇ। ਆ ਬਾਹਰ ਦੇ ਮੁਲਕਾਂ ਦੇ ਵਿੱਚ ਹੋਟਲ ਪਾਏ ਹੋਏ ਨੇ, ਉਸ ਤੋਂ ਬਾਅਦ ਪੈਟਰੋਲ ਪੰਪ ਪਾਏ ਨੇ, ਕੋਠੀਆਂ ਪਾਈਆਂ, ਵੱਡੀਆਂ ਵੱਡੀਆਂ ਲੈਂਡ ਕਰੂਜ਼ਰਾਂ ਰੱਖੀਆਂ ਹੋਈਆਂ ਨੇ। ਇਹਨਾਂ ਨੇ ਗਰੀਬਾਂ ਦਾ ਖੂਨ ਚੂਸ ਕੇ ਤੇ ਇੱਥੋਂ ਤੱਕ ਪਹੁੰਚੇ ਨੇ। ਮੈਂ 10 ਸਾਲ ਤੋਂ ਲੜਦਾ ਪਿਆ ਵਾਂ, ਮੈਂ ਗਰੀਬਾਂ ਲੋਕਾਂ ਨੂੰ ਰਾਸ਼ਨ ਵੀ ਵੰਡਦਾ ਵਾਂ, ਮੈਂ ਆਪਣੀ ਹਰ ਸ਼ੈ ਵੇਚ ਛੱਡੀ ਹੈ। ਮੇਰੇ ਕੋਲ ਆ ਗੱਡੀ ਖਟਾਰਾ ਜਿਹੀ ਹੈ, ਠੀਕ ਹੈ। ਮੈਂ ਇਹਦੇ ਤੇ ਹਰ ਦਫਾ ਇਲੈਕਸ਼ਨ ਲੜਦਾ ਵਾਂ, ਕਿਸੇ ਨਾਲ ਜ਼ੁਲਮ ਨਹੀਂ ਕਰਦਾ ਔਰ ਸਾਫਤ ਵੀ ਮੈਂ ਇਸ ਕਰਕੇ ਸ਼ੁਰੂ ਕੀਤੀ ਵੀ ਸਿਰਫ ਗਰੀਬਾਂ ਨੂੰ ਹੱਕ ਲੈ ਕੇ ਦੇ ਸਕਾਂ। ਭੱਟ ਸਾਹਿਬ, ਮੈਂ ਤੁਹਾਡੀ ਗੱਲ ਕੱਟ ਰਿਹਾ, ਮੈਨੂੰ ਇਹ ਦੱਸੋ ਕਿ ਤੁਸੀਂ 10 ਸਾਲ ਤੋਂ ਇਲੈਕਸ਼ਨ ਲੜ ਰਹੇ ਹੋ, ਹਾਰ ਵੀ ਰਹੇ ਹੋ ਲੇਕਿਨ ਤੁਸੀਂ ਹਿੰਮਤ ਨਹੀਂ ਹਾਰੀ। ਲੇਕਿਨ ਜਦੋਂ ਦੇਖਿਆ ਜਾਏ ਮੌਜੂਦਾ ਇਸ ਟਾਈਮ ਜਿਹੜੇ ਹਾਲਾਤ ਜਾ ਰਹੇ ਨੇ, ਜੋ PTI ਨਾਲ ਨੂਨ ਲੀਗ ਕਰ ਰਹੀ ਹੈ ਜਾਂ ਜਿਹੜੀ ਮੌਜੂਦਾ ਇਸ ਟਾਈਮ ਜਿਹੜੇ ਅਦਾਰੇ ਕਰ ਰਹੇ ਨੇ ਉਹਦੇ ਬਾਰੇ ਜੀ ਕੀ ਕਹਿਣਾ ਚਾਹੁੰਦੇ? ਕਿਉਂ ਇਹਨਾਂ ਦੇ ਕਾਗਜ਼ਾਤ ਤੇ ਨਾਮਜ਼ਦਗੀ ਨਾਮਨਜ਼ੂਰ ਹੋ ਰਹੇ ਨੇ? ਕੀ ਇਹ ਲੜਾਈ ਇਸ ਤਰ੍ਹਾਂ ਹੀ ਜਾਰੀ ਰਹੇਗੀ? ਨਹੀਂ ਜੀ, ਗੱਲ ਤੇ ਚੀਜ਼ ਦੀ ਵੀ ਜਿਹੜਾ ਕੰਮ ਹੁੰਦਾ ਪਿਆ ਗਲਤ ਹੁੰਦਾ ਪਿਆ।
ਹੱਕ ਸੱਚ ਤੇ ਬੰਦੇ ਨੂੰ ਲੜਨਾ ਚਾਹੀਦਾ। ਇਹਦਾ ਤੇ ਮਕਸਦ ਇਹ ਹੋਇਆ ਨਾ ਵੀ ਨਵਾਜ਼ ਸ਼ਰੀਫ ਨੂੰ ਆਪਣੀ ਹਾਰ ਨਜ਼ਰ ਆਂਦੀ ਪਈ ਏ ਵੀ ਦੂਜਿਆਂ ਨਾਲ ਜ਼ੁਲਮ ਕਰਾਂਦਾ ਪਿਆ, ਕੱਲ ਨੂੰ ਉਹਦੇ ਨਾਲ ਵੀ ਜ਼ੁਲਮ ਹੋ ਸਕਦਾ ਹੈ। ਇੱਥੇ ਜੋ ਕਿਸੇ ਨੇ ਬੀਜਣਾ ਉਹ ਹੀ ਵੱਢਣਾ। ਜੇ ਉਹਦੇ ਨਾਲ ਹੁੰਦਾ ਪਿਆ ਕੱਲ ਉਹਦੇ ਨਾਲ ਵੀ ਇਹ ਤਰੀਕਾਕਾਰ ਹੋਣਾ ਦਾ ਮਕਸਦ ਇਹ ਨਹੀਂ ਹੈਗਾ ਵੀ ਕਿਸੇ ਨਾਲ ਨਜਾਇਜ਼ ਕੀਤੀ ਜਾਏ। ਹਰ ਬੰਦੇ ਨੂੰ ਆਪਣਾ ਹੱਕ ਹਾਸਲ ਹੈ, ਲੜ ਕੇ ਠੀਕ ਹੈ। ਵੇਖੋ ਮੈਂ ਹੁਣ ਹਾਰਦਾ ਵਾਂ, ਇਹਦਾ ਮਕਸਦ ਇਹ ਮੈਂ ਹਿੰਮਤ ਹਾਰ ਜਾਵਾਂ ਨਹੀਂ, ਮੇਰੀ ਹਿੰਮਤ ਜਜ਼ਬਾ ਹਰ ਟਾਈਮ ਤਿਆਰ ਰਹਿਣਾ ਚਾਹੀਦਾ ਲੜਨ ਵਾਸਤੇ, ਇਹ ਚੀਜ਼ ਹੁੰਦੀ ਹੈ। ਅੱਛਾ ਭੱਟ ਸਾਹਿਬ, ਪਿਛਲੇ ਦਿਨੋਂ ਸ਼ਹਿਬਾਜ਼ ਸ਼ਰੀਫ ਸਾਹਿਬ ਆਏ ਸੀ, ਫਰੂਕਾਬਾਦ ਜਲਸਾ ਵੀ ਹੋਇਆ, ਤੇ ਕੀ ਕਹਿਣਾ ਚਾਹੁੰਦੇ ਹੋ ਇਸ ਜਲਸੇ ਦੇ ਬਾਰੇ 'ਚ ਕਿ ਕਿਆ ਨੂਨ ਲੀਗ ਦੀ ਜਿਹੜੀ ਪੋਜੀਸ਼ਨ ਉਹ ਮੁਸਤਹਿਕਮ ਹੈ ਵੇ, ਨੂਨ ਲੀਗ ਜਿੱਤ ਸਕਦੀ ਹੈ? ਨਹੀਂ ਜੀ, ਦੇਖੋ ਜਿੰਨੇ ਕੋ ਉੱਥੇ ਲੋਕ ਇਕੱਠੇ ਹੋਏ ਸੀ ਉਹ ਸਾਰਿਆਂ ਨੂੰ ਪਤਾ ਹੈ, ਹਰ ਬੰਦੇ ਨੂੰ ਪਤਾ ਹੈਗਾ, ਬਕਾਇਦਾ ਬੰਦਿਆਂ ਨੇ ਲਾਈਫ ਵੀ ਚਲਾਇਆ। ਇੰਨੇ ਤਾਂ ਮੈਂ ਜਦੋਂ ਲੋਕਾਂ ਗਰੀਬਾਂ ਨੂੰ ਰਾਸ਼ਨ ਵੰਡਦਾ ਵਾਂ, ਇੰਨੇ ਕੁ ਹੌਸਲੇ ਇਕੱਠੇ ਕਰ ਲੈਣਾ ਵਾ, ਤੇ ਮੁਲਕ ਦਾ ਵਜ਼ੀਰ ਆਜ਼ਮ ਹੋ ਕੇ ਤੇ ਇੰਨੇ ਬੰਦੇ ਇਕੱਠੇ ਕੀਤੇ, ਤੇ ਅੱਗੋਂ ਆਪ ਹੀ ਸਮਝਦਾਰ ਹੋ ਤੁਸੀਂ ਵੀ ਕੀ ਪੋਜੀਸ਼ਨ ਹੈਗੀ ਹੈ। ਨਹੀਂ ਤੇ ਉੱਥੇ ਤੇ ਜਨਾਬ ਭੱਟ ਸਾਹਿਬ ਲੋਕਾਂ ਦੀ ਦੁਕਾਨਾਂ ਬੰਦ ਕਰਾਈਆਂ ਤੇ ਜਨਾਬ ਜ਼ਬਰਦਸਤੀ ਜਲਸੇ ਕਿ ਲੋਕਾਂ ਨੂੰ ਲੈ ਗਏ, ਤੇ ਕਿਆ ਇਹ ਜਮਹੂਰੀਅਤ ਹੈ? ਨਹੀਂ, ਇਹ ਜਮਹੂਰੀਅਤ ਉਸ ਚੀਜ਼ ਦਾ ਨਾਂ ਹੈ ਜਿਹਦਾ ਦਿਲੋਂ ਉੱਠੇ, ਕੋਈ ਦਿਲੋਂ ਜਾ ਕੇ ਕਿਸੇ ਦੀ ਗੱਲ ਸੁਣੇ। ਵੇਖੋ ਨਾ, ਜਿਵੇਂ ਲੋਕ ਮੈਨੂੰ ਦਿਲੋਂ ਚਾਹੁੰਦੇ ਨੇ ਇੰਝ ਉਹਨਾਂ ਨੂੰ ਚਾਹਣ, ਜੇ ਉਹ ਅੱਛੇ ਕੰਮ ਕਰਦੇ ਹੋਣ ਤਾਂ ਲੋਕ ਚਾਹਣ। ਉਹ ਅੱਛਾ ਕੰਮ ਕਰਦੇ ਹੀ ਕੋਈ ਨਹੀਂ। ਗਰੀਬ ਬੰਦੇ ਦਾ ਉਹ ਸੋਚੇ ਜਿਹੜਾ ਸੋਚਣ ਦਾ ਹੱਕਦਾਰ ਹੈ। ਇਹ ਤੇ ਆ ਜਾ ਕੇ ਕਹਿੰਦੇ ਜੀ 16 ਸਾਲ ਹਕੂਮਤ ਕੀਤੀ, 16 ਮਹੀਨੇ ਹਕੂਮਤ ਕੀਤੀ, ਉਹਨੇ ਕਿਹਾ ਮੈਂ ਆਟਾ ਨਾਲ ਦੇ ਸਸਤਾ ਕਰਾ ਦਿਆਂਗਾ, ਘਿਓ ਸਸਤਾ ਕਰਾ ਦਿਆਂਗਾ, ਚੀਨੀ ਸਸਤੀ ਕਰਾ ਦਿਆਂਗਾ, ਮੈਂ ਆਪਣੇ ਤਨ ਦੇ ਕੱਪੜੇ ਵੇਚ ਦਿਆਂਗਾ। ਉਹਨੇ ਤੇ ਲੋਕਾਂ ਦੇ ਕੱਪੜੇ ਵੇਚ ਛੱਡੇ ਨੇ। ਵਾਮ ਜਾਵੇ ਤੇ ਜਾਵੇ ਕਿੱਥੇ? ਹਰ ਬੰਦਾ ਕਹਿੰਦਾ ਮੈਂ ਇੰਝ ਕਰ ਦਿਆਂਗਾ, ਉਂਝ ਕਰ, ਕੋਈ ਕਰਕੇ ਵਹਾਵੇ ਤਾਂ ਸਹੀ। ਗਰੀਬ ਬੰਦੇ ਦਾ ਸੋਚਣ, ਗਰੀਬ ਬੰਦੇ ਵਾਸਤੇ ਕੋਈ ਸੋਚਦਾ ਹੀ ਕੋਈ ਨਹੀਂ ਹੈਗਾ। ਤੇ ਭੱਟ ਸਾਹਿਬ ਹੁਣ ਤੇ ਜਿਹੜੀ ਸਾਡੀ ਸੁਪਰੀਮ ਕੋਰਟ ਨੇ ਉਹਨੇ ਵੀ ਨਵਾਜ਼ ਸ਼ਰੀਫ ਦੀ ਜਿਹੜੀ ਨਾਅਹਿਲੀ ਹੈ, ਉਹ ਜਿਹੜੀ ਤਾਹਿਆ ਸੀ ਉਹ ਖਤਮ ਕਰਤੀ ਹੈ। ਆਇਆ ਤੁਸੀਂ ਸਮਝ ਰਹੇ ਹੋ ਕਿ ਜਿਹੜੇ ਸਾਡੇ ਅਦਾਰੇ ਨੇ ਉਹ ਇਨਸਾਫ ਕਰ ਪਾ ਰਹੇ ਨੇ? ਨਹੀਂ ਜੀ, ਇਹ ਕਾਹਦਾ ਇਨਸਾਫ ਹੋਇਆ? ਇਨਸਾਫ ਇੰਜ ਤੇ ਨਹੀਂ ਹੁੰਦਾ ਹੈਗਾ ਵੀ ਪਹਿਲੇ ਨਾਅਹਿਲ ਕਰ ਛੱਡਿਆ, ਉਸ ਤੋਂ ਬਾਅਦ ਫਿਰ ਦੁਬਾਰਾ ਉਹਨੂੰ ਚੁੱਕ ਕੇ ਇੱਥੇ ਲੈ ਆਂਦਾ। ਹਾਲੇ ਤੇ ਮੈਂ ਤੇ ਆਜ਼ਾਦ ਉਮੀਦਵਾਰ ਹਾਂ, ਠੀਕ ਹੈ ਭਾਈ। ਇਹ ਚੀਜ਼ ਚਾਹੁੰਦਾ ਮੈਂ ਕਿਸੇ ਨਾਲ ਜ਼ੁਲਮ ਨਾ ਹੋਵੇ, ਹਰ ਬੰਦੇ ਨੂੰ ਹੱਕ ਦਿੱਤਾ ਜਾਵੇ, ਹਰ ਬੰਦੇ ਨੂੰ ਹੱਕ ਹਾਸਲ ਹੈ, ਹਰ ਬੰਦਾ ਖਲੋ ਸਕਦਾ। ਇਹਦਾ ਮਕਸਦ ਇਹ, ਉਹ ਹਰ ਦਫਾ ਲੋਕ ਇਲੈਕਸ਼ਨ ਲੜਦੇ ਪਏ ਨੂੰ ਲੜਨ, ਮੈਂ ਚੀਜ਼ ਦਾ ਕੋਈ ਨਹੀਂ। ਅਸੀਂ ਤਾਂ ਮੁਕਾਬਲਾ ਕਰਨ ਵਾਸਤੇ ਤਿਆਰ ਹਾਂ, ਬਲ ਕਿਸੇ ਨਾਲ ਨਜਾਇਜ਼ ਨਹੀਂ ਹੋਣੀ ਚਾਹੀਦੀ। जी बिल्कुल जी, किसी के साथ नाजायज़ नहीं होनी चाहिए। ना अहली होना, ना अहली जो है उसको बरकरार रखना, ना अहली को ख़त्म रखना, ये मुकाबले की नीयत से नहीं होनी चाहिए। हम हर बंदे को हक़ हासिल है कि वो उम्मीदवार बने, इलेक्शन लड़े, और इलेक्शन में जो आके और जो मुकाबला जो है वो करे, और उस मुकाबले के बाद जो रिज़ल्ट आए उसको तस्लीम करे। पाकिस्तान किसी एक बंदे की जो है या एक अदारे की जो है वो ज़ाती जागीर नहीं है। पाकिस्तान हम सबका है, 25 करोड़ आवाम का है, और अगर ये जुल्म इसी तरीके से चलता रहा तो पाकिस्तान जो है वो कभी भी तरक्की नहीं कर पाएगा। आज हमारा जो पड़ोसी मुल्क है वो चाँद पर जा चुके हैं, जबकि हम लोग अभी भी 1857 और 1890 के दौरान जो है वो घूम रहे हैं। ना यहाँ पर बिजली है, ना यहाँ पर पानी है, ना यहाँ पर लोगों को जो है वो तमाम तर जो है वो वसाइल दिए जाने हैं जिनकी ज़रूरत है। पहले भी गरीब भूखा मरा था, आज भी गरीब जो है भूखा मरा है। अमीर अमीर से अमीर तर हो रहा है, जबकि गरीब गरीब से गरीब तर हो रहा है। और यही वजह है कि मुख्तार भट्ट साहब जैसे जो लोग हैं वो बार बार कोशिश कर रहे हैं ताकि निज़ाम को जो बदला जाए। और इलेक्शंस के अंदर जो है जब तक मुख्तार भट्ट साहब का कहना है कि जब तक कामयाबी हासिल नहीं होगी वो इलेक्शन लड़ते जाएंगे, क्योंकि उनका ज़मीर मुतमईन है कि वो किसी से ज़्यादती नहीं कर रहे। आज का व्लॉग हम यहीं पर जनाब ख़त्म करते हैं। नेक्स्ट प्रोग्राम तक के लिए मुझे काशिफ इसरार को इजाज़त दीजिए। और एक बात आपसे ज़रूर शेयर करना चाहूँगा कि हमारे इस चैनल को ज़्यादा से ज़्यादा सब्सक्राइब करें, शेखुपुरा अपडेट 1 2 3 को इसको लाइक्स करें, इस पर कमेंट्स करें, और अपनी कीमती राय जो है उनसे हमें आगाह करें। नेक्स्ट व्लॉग तक के लिए इजाज़त दीजिए। अल्लाह हाफिज़।